ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, +2 ਪੋਲੀਟੀਕਲ ਸਾਇੰਸ ਦਾ ਐਗਜ਼ਾਮ ਹੈ ਥੋੜ੍ਹੇ ਦਿਨਾਂ 'ਚ ਤੇ ਜੁਲਾਈ ਟੈਸਟ ਹੈ ਤੇ ਉਹਦਾ ਰਿਵੀਜ਼ਨ ਟੈਸਟ ਜਿਹੜਾ ਆ ਚੁੱਕਾ ਵਾ। ਰਿਵੀਜ਼ਨ ਟੈਸਟ ਗੂਗਲ ਕੁਇਜ਼ ਦਾ ਜਿਹੜਾ ਹੋਇਆ ਵਾ ਉਹਦਾ ਆਪਾਂ ਹੱਲ ਕਰਨਾ ਵਾ ਤੇ ਨਾਲ ਹੀ ਦੇਖਣਾ ਟੈਸਟ ਦਾ ਢੰਗ ਤੇ ਸਮਾਂ। ਸੋ ਪਿਆਰੇ ਵਿਦਿਆਰਥੀ, ਆਓ ਆਪਾਂ ਦੇਖੀਏ ਕੁਐਸਚਨ। ਉਸ ਤੋਂ ਪਹਿਲਾਂ ਟੈਸਟ ਦਾ ਸਮਾਂ ਜਿਹੜਾ ਆ 6ਵੀਂ ਤੋਂ 12ਵੀਂ ਤੱਕ ਟੈਸਟ ਦਾ ਲਿੰਕ ਜੋ ਬੇਟਾ ਲਿੰਕ ਹੈ ਉਹ ਸਵੇਰੇ 6 ਵਜੇ ਖੁੱਲ੍ਹਣਾ ਹੈ। ਹਰ ਰੋਜ਼ ਸਵੇਰੇ 6 ਵਜੇ, ਜਿਸ ਦਿਨ ਟੈਸਟ ਹੋਇਆ ਉਸ ਦਿਨ 6 ਵਜੇ ਲਿੰਕ ਖੁੱਲ੍ਹਣਾ ਹੈ ਅਤੇ ਲਿੰਕ ਬੰਦ ਹੋਣ ਦਾ ਸਮਾਂ ਉਸੇ ਦਿਨ ਰਾਤ 11 ਵਜੇ ਹੈ। ਇਸ ਗੱਲ ਨੂੰ ਤੁਸੀਂ ਸਾਰਿਆਂ ਧਿਆਨ ਦੇਣਾ। ਜਦੋਂ ਵੀ ਸਮਾਂ ਮਿਲੇ ਕੋਸ਼ਿਸ਼ ਕਰਨੀ ਹੈ ਜਲਦੀ ਇਹ ਟੈਸਟ ਦੇ ਦੇਣਾ। ਸੋਚ ਸਮਝ ਕੇ ਸਹੀ ਉੱਤਰ ਦੇਣ ਦੀ ਕੋਸ਼ਿਸ਼ ਕਰਨਾ। ਸੋ ਇਹ ਜਿਹੜਾ ਟੈਸਟ ਹੈ ਗੂਗਲ ਕੁਇਜ਼ ਰਾਹੀਂ ਹੋਣਾ ਹੈ। 5 ਜੁਲਾਈ ਤੋਂ ਸ਼ੁਰੂ ਨੇ ਟੈਸਟ ਬੇਟਾ। ਸੋ ਸਵੇਰੇ 6 ਵਜੇ ਲਿੰਕ ਖੁੱਲ੍ਹਣਾ ਵਾ ਅਤੇ ਸ਼ਾਮੀ 11 ਵਜੇ ਲਿੰਕ ਬੰਦ ਹੋਣਾ। ਔਨਲਾਈਨ ਟੈਸਟ ਹੈਗਾ। ਓਕੇ ਬੇਟਾ, ਅਤੇ ਆਓ ਹੁਣ ਆਪਾਂ ਟੈਸਟ ਦੇਣ ਦੀ ਸੋਲਿਊਸ਼ਨ ਕਰੀਏ। ਜਿਹੜਾ +2 ਪੋਲੀਟੀਕਲ ਸਾਇੰਸ ਦਾ ਟੈਸਟ ਸੀ, ਗੂਗਲ ਰਿਵੀਜ਼ਨ ਟੈਸਟ ਹੈ। ਰਿਵੀਜ਼ਨ ਟੈਸਟ ਤਾਂ ਕਿ ਤੁਹਾਡੀ ਤਿਆਰੀ ਹੋ ਜਾਏ, ਰਿਵਾਈਜ਼ ਹੋ ਜਾਏ ਸਿਲੇਬਸ, ਉਸ ਕਰਕੇ ਪਾਇਆ ਜਾਂਦਾ। ਸੋ ਬੇਟਾ ਜੀ ਦੇਖਣ ਵਾਲੀ ਗੱਲ ਹੈ, ਜਦੋਂ ਤੁਸੀਂ ਟੈਸਟ ਦੇਣਾ ਗੂਗਲ ਕੁਇਜ਼ ਦਾ, ਸਭ ਤੋਂ ਪਹਿਲੇ ਲਿਖਿਆ ਹੋਏਗਾ ਪੰਜਾਬ ID। ਇੱਥੇ ਜਿਹੜੀ ਤੁਹਾਡੇ ਸਕੂਲ ਤੋਂ ਤੁਹਾਨੂੰ ID ਮਿਲੀ ਹੈ, ਇਹ ਜਿੱਥੇ ਆਨਸਰ ਲਿਖਿਆ ਇੱਥੇ ਲਿਖਣਾ। ਉਹ ਇੱਥੇ ID ਆਪਣੀ ਤੁਸੀਂ ਲਿਖਣੀ ਹੈ। ਪੰਜਾਬ ID ਇੱਥੇ ਲਿਖਣੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉੱਤਰ ਦੇ ਪਾਓਗੇ। ਇੱਥੇ ਆਪਾਂ ਡਿਸਟ੍ਰਿਕਟ ਭਰਨਾ ਵਾ, ਠੀਕ ਹੈ। ਸੋ ਪੰਜਾਬ ID ਅਤੇ ਡਿਸਟ੍ਰਿਕਟ ਜਿਹੜਾ ਤੁਸੀਂ ਭਰਨਾ ਵਾ। ਹੋਰ ਵੀ ਕੋਈ ਇਨਫੋਰਮੇਸ਼ਨ ਜੇ ਟੈਸਟ 'ਚ ਮੰਗੀ ਜਾਏ ਜ਼ਰੂਰ ਹੈ। ਸਭ ਤੋਂ ਜ਼ਰੂਰੀ ਹੈ ਤੁਹਾਡੀ ਪੰਜਾਬ ID, ਠੀਕ ਹੈ। ਚਲੋ ਆਪਾਂ ਕੁਐਸਚਨ ਦੇ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਪਹਿਲਾ ਪ੍ਰਸ਼ਨ ਸੀਗਾ, ਸ਼ਾਸਨ ਦੀ ਪ੍ਰਕਿਰਿਆ ਪੁਸਤਕ ਕਿਸ ਨੇ ਲਿਖੀ? ਇਹ ਪੁਸਤਕ ਆਰਥਰ ਬੈਂਟਲੇ ਨੇ ਲਿਖੀ, ਸ਼ਾਸਨ ਦੀ ਪ੍ਰਕਿਰਿਆ ਦਾ ਪ੍ਰੋਸੈਸ ਆਫ ਗਵਰਨਮੈਂਟ। ਦੂਜਾ ਕੁਐਸਚਨ ਹੈ, ਰਾਜਨੀਤਿਕ ਪ੍ਰਣਾਲੀ ਨਾਮ ਦੀ ਪੁਸਤਕ ਕਿਸ ਨੇ ਲਿਖੀ? ਪੋਲੀਟੀਕਲ ਸਿਸਟਮ ਯਾਨੀ ਰਾਜਨੀਤਿਕ ਪ੍ਰਣਾਲੀ ਪੁਸਤਕ ਡੇਵਿਡ ਈਸਟਨ ਨੇ ਲਿਖੀ। ਤੀਜਾ ਪ੍ਰਸ਼ਨ, ਰਾਜਨੀਤਿਕ ਪ੍ਰਣਾਲੀ ਨੂੰ ਡੈਸ਼ ਵਿੱਚ ਬਦਲਣ ਦੀ ਪ੍ਰਕਿਰਿਆ ਹੈ। ਇਹ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣ ਦੀ ਪ੍ਰਕਿਰਿਆ ਹੈ। ਤੁਸੀਂ ਬੇਟਾ ਪੇਪਰ ਦੇ ਵਿੱਚ ਇਹ ਤਾਂ ਮੈਂ ਟਿਕ ਕਰ ਰਿਹਾ, ਤੁਸੀਂ ਪੇਪਰ 'ਚ ਉਹਨੂੰ ਨਿਸ਼ਾਨ ਪਾਉਣਾ। ਇੱਦਾਂ ਤੁਸੀਂ ਦਬਾਓਗੇ ਅਤੇ ਉਹ ਨਿਸ਼ਾਨ ਬਣ ਜਾਏਗਾ। ਜੇਕਰ ਤੁਹਾਨੂੰ ਇਹ ਲੱਗਦਾ ਵੀ ਨਹੀਂ ਇਹ ਨਹੀਂ ਹੇਠਲਾ ਆਨਸਰ ਹੈ, ਫਿਰ ਤੁਸੀਂ ਦੂਸਰੇ ਨੂੰ ਦਬਾਓਗੇ, ਤੀਸਰਾ ਇਹਨੂੰ ਦਬਾਓਗੇ। ਜਿਹੜਾ ਵੀ ਤੁਹਾਨੂੰ ਸਹੀ ਆਨਸਰ ਲੱਗਦਾ ਉਹਨੂੰ ਦਬਾਉਣਾ ਮੈਂ, ਠੀਕ ਹੈ। ਪਰ ਜੇ ਤੁਸੀਂ ਉਸੇ ਵੇਲੇ ਹੀ ਚੇਂਜ ਕਰ ਸਕਦੇ ਹੋ, ਸਬਮਿਟ ਹੋਣ ਤੋਂ ਬਾਅਦ ਚੇਂਜ ਨਹੀਂ ਕਰ ਸਕਦੇ। ਸੋ ਨਾਲ ਮੈਂ ਤੁਹਾਨੂੰ ਹੱਲ ਵੀ ਕਰਾ ਰਿਹਾ, ਨਾਲ ਦੱਸ ਵੀ ਰਿਹਾ। ਸੋ ਇਸ ਪ੍ਰਸ਼ਨ ਦਾ ਬੇਸਿਕਲੀ ਉੱਤਰ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਹੈ, ਠੀਕ ਹੈ। ਮੈਂ ਸਿਰਫ ਟਿਕ ਹੀ ਲਗਾ ਰਿਹਾ, ਤੁਹਾਨੂੰ ਮੈਂ ਸਮਝਾ ਦਿੱਤਾ ਵਾ ਵੀ ਤੁਸੀਂ ਕਿਵੇਂ ਕਰਨਾ। ਨੈਕਸਟ ਬੇਟਾ, ਚੌਥਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ? ਬੇਟਾ ਕੁਐਸਚਨ ਦੇਖਣ ਲੱਗਿਆ ਇਹ ਗੱਲ ਨੂੰ ਬਿਲਕੁਲ ਧਿਆਨ ਦੇਣਾ। ਕਈ ਵਾਰ ਲਿਖਿਆ ਹੁੰਦਾ ਨਹੀਂ ਹੈ ਅਤੇ ਆਪਾਂ ਸਮਝ ਲੈਂਦੇ ਹਾਂ, ਦੇਖਣ ਨੂੰ ਇਹ ਸਾਰੀਆਂ ਵਿਸ਼ੇਸ਼ਤਾਵਾਂ ਲੱਗਦੀਆਂ ਪਰ ਨਹੀਂ ਹੈ। ਕਿਹੜੀ ਵਿਸ਼ੇਸ਼ਤਾ ਨਹੀਂ ਹੈ? ਰਾਜਨੀਤਿਕ ਪ੍ਰਣਾਲੀ ਦੀ ਕਿਹੜੀ ਵਿਸ਼ੇਸ਼ਤਾ ਨਹੀਂ ਹੈ? ਤਾਂ ਐਕਚੁਅਲੀ ਸੀਮਾਵਾਂ ਦੀ ਅਣਹੋਂਦ, ਇਹ ਵਿਸ਼ੇਸ਼ਤਾ ਰਾਜਨੀਤਿਕ ਪ੍ਰਣਾਲੀ ਦੀ ਨਹੀਂ ਹੈ, ਕਿਉਂਕਿ ਰਾਜਨੀਤਿਕ ਪ੍ਰਣਾਲੀ 'ਚ ਤੁਹਾਨੂੰ ਪਤਾ ਰਾਜਨੀਤਿਕ ਪ੍ਰਣਾਲੀ 'ਚ ਸੀਮਾਵਾਂ ਹੁੰਦੀਆਂ ਨੇ, ਠੀਕ ਹੈ। ਸੋ ਇਸ ਕਰਕੇ ਇਹਨੂੰ ਕਲਿੱਕ ਤੁਸੀਂ ਕਰੋਗੇ, ਇੱਦਾਂ ਕਰੋਗੇ ਕਲਿੱਕ, ਅਤੇ ਫਿਰ ਤੁਹਾਡਾ ਜਿਹੜਾ ਉੱਤਰ ਹੈ ਉਹ ਕਾਊਂਟ ਹੋਏਗਾ, ਠੀਕ ਬੇਟਾ। ਚਲੋ ਅਗਲਾ ਪ੍ਰਸ਼ਨ ਦੇਖੀਏ ਆਪਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਨਹੀਂ ਹੈ? ਨਿਕਾਸ ਕਾਰਜ ਨਹੀਂ ਹੈ, ਠੀਕ ਹੈ। ਸੋ ਨਿਯਮ ਨਿਰਮਾਣ ਨਿਕਾਸ ਕਾਰਜ ਹੈ, ਨਿਯਮਾਂ ਨੂੰ ਲਾਗੂ ਕਰਨਾ ਵੀ ਨਿਕਾਸ ਕਾਰਜ ਹੈ, ਨਿਯਮਾਂ ਅਨੁਸਾਰ ਨਿਰਣੇ ਕਰਨਾ ਵੀ ਨਿਕਾਸ ਕਾਰਜ ਹੈ। ਪਰ ਰਾਜਨੀਤਿਕ ਸੰਚਾਰ ਹੈ ਜਿਹੜਾ, ਇਹ ਨਿਕਾਸ ਕਾਰਜ ਨਹੀਂ ਹੈ, ਸਗੋਂ ਨਿਵੇਸ਼ ਕਾਰਜ ਹੈ। ਸੋ ਦਿਸ ਇਜ਼ ਦਾ ਆਨਸਰ। ਨੈਕਸਟ ਹੈਗਾ ਜੀ ਅਗਲਾ ਪ੍ਰਸ਼ਨ, ਰਾਜਨੀਤਿਕ ਪ੍ਰਣਾਲੀ ਜਦੋਂ ਕੰਮ ਕਰਦੀ ਹੈ ਤਾਂ ਕਿਹੜੇ ਵਾਤਾਵਰਨ ਦਾ ਪ੍ਰਭਾਵ ਪੈਂਦਾ? ਬੇਟਾ ਜਦੋਂ ਰਾਜਨੀਤਿਕ ਪ੍ਰਣਾਲੀ ਕੰਮ ਕਰਦੀ ਹੈ ਤਾਂ ਇਹਦੇ 'ਤੇ ਅੰਦਰੂਨੀ ਅਤੇ ਬਾਹਰੀ ਦੋਵੇਂ ਤਰ੍ਹਾਂ ਦਾ ਪ੍ਰਭਾਵ ਪੈਂਦਾ ਵਾ। ਸੱਤਵਾਂ ਪ੍ਰਸ਼ਨ, ਸੰਸਦੀ ਸਰਕਾਰ ਵਿੱਚ ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ? ਬੜੇ ਵਾਰੀ ਪ੍ਰਸ਼ਨ ਆਉਂਦਾ, ਬੱਚੇ ਕੋਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਲਿਖ ਦਿੰਦਾ ਵਾ। ਬੇਟਾ ਬੇਸਿਕ ਇਹ ਹੈ, ਪ੍ਰਧਾਨ ਮੰਤਰੀ ਦੀ ਸਲਾਹ ਅਤੇ ਰਾਸ਼ਟਰਪਤੀ ਦੁਆਰਾ
ਜਿਹੜਾ ਲੋਕ ਸਭਾ ਨੂੰ ਭੰਗ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਦੀ ਸਲਾਹ ਹੁੰਦੀ ਹੈ, ਭੰਗ ਰਾਸ਼ਟਰਪਤੀ ਕਰ ਸਕਦਾ। ਪਾਵਰ ਭੰਗ ਕਰਨ ਦੀ ਰਾਸ਼ਟਰਪਤੀ ਕੋਲ ਹੈ, ਪ੍ਰਧਾਨ ਮੰਤਰੀ ਉਸ ਨੂੰ ਸਲਾਹ ਦੇਗਾ ਤਾਂ ਹੀ ਉਹ ਭੰਗ ਕਰੇਗਾ। ਠੀਕ ਹੈ। ਅਗਲਾ ਪ੍ਰਸ਼ਨ ਹੈ ਬੇਟਾ, ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਬੇਟਾ ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ, ਅਸਲੀ ਕਾਰਜਪਾਲਿਕਾ ਤੇ ਨਾਮ ਮਾਤਰ ਕਾਰਜਪਾਲਿਕਾ। 9ਵਾਂ ਪ੍ਰਸ਼ਨ, ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ? ਭਾਰਤ ਵਿੱਚ ਪਹਿਲੀਆਂ ਆਮ ਚੋਣਾਂ 1952 ਵਿੱਚ ਹੋਈਆਂ। 10ਵਾਂ ਪ੍ਰਸ਼ਨ, ਭਾਰਤ ਵਿੱਚ 17ਵੀਂ ਲੋਕ ਸਭਾ ਦੀਆਂ ਚੋਣਾਂ ਕਦੋਂ ਹੋਈਆਂ? 17ਵੀਂ ਲੋਕ ਸਭਾ 2019 ਵਿੱਚ ਚੋਣਾਂ ਹੋਈਆਂ, ਮਈ 2019 ਵਿੱਚ 17ਵੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ। 11ਵਾਂ ਪ੍ਰਸ਼ਨ, ਓਕੇ ਜੀ ਬੇਟਾ 11ਵਾਂ ਪ੍ਰਸ਼ਨ ਹੈ, ਜੇਕਰ ਕਿਸੇ ਇੱਕ ਮੰਤਰੀ ਦੀ ਗਲਤੀ ਕਾਰਨ ਉਹ ਸੰਬੰਧਿਤ ਮੰਤਰੀ ਤਿਆਗ ਪੱਤਰ ਦਿੰਦਾ ਤਾਂ ਇਸ ਨੂੰ ਕੀ ਕਿਹਾ ਜਾਂਦਾ? ਇਸ ਨੂੰ ਵਿਅਕਤੀਗਤ ਜ਼ਿੰਮੇਵਾਰੀ ਕਿਹਾ ਜਾਂਦਾ। 12ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ? ਕੀ ਜ਼ਰੂਰੀ ਹੈ ਲੋਕਤੰਤਰ ਦੀ ਸਫਲਤਾ ਲਈ? ਪੜ੍ਹੇ ਲਿਖੇ ਲੋਕ, ਸੂਝਵਾਨ ਨਾਗਰਿਕ, ਇਮਾਨਦਾਰ ਨਾਗਰਿਕ। ਐਕਚੁਅਲੀ ਉਪਰੋਕਤ ਸਾਰੇ ਹੀ, ਇਹਦਾ ਸਹੀ ਉੱਤਰ ਜਿਹੜਾ ਆਪਾਂ ਇਹ ਦੇਣਾ, ਉਪਰੋਕਤ ਸਾਰੇ ਹੀ ਜ਼ਰੂਰੀ ਹੈ ਲੋਕਤੰਤਰ ਦੀ ਸਫਲਤਾ ਲਈ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸੰਸਦੀ ਪ੍ਰਣਾਲੀ ਦੀ ਨਹੀਂ ਹੈ? ਸੰਸਦ ਦੀ ਵਿਵਸਥਾ ਇਹ ਵੀ ਵਿਸ਼ੇਸ਼ਤਾ ਹੈ। ਨਾਮ ਮਾਤਰ ਕਾਰਜਪਾਲਿਕਾ ਦੀ ਹੋਂਦ, ਬਿਲਕੁਲ ਸਹੀ ਹੈ, ਅਸਲੀ ਤੇ ਨਾਮ ਮਾਤਰ ਕਾਰਜਪਾਲਿਕਾ ਹੁੰਦੀ ਹੈ। ਵਿਧਾਨ ਪਾਲਿਕਾ ਤੇ ਕਾਰਜਪਾਲਿਕਾ 'ਚ ਗੂੜੇ ਸੰਬੰਧ, ਇਹ ਵੀ ਸਹੀ ਹੈ। ਅਸਲੀ ਕਾਰਜਪਾਲਿਕਾ ਦਾ ਨਿਸ਼ਚਿਤ ਕਾਰਜਕਾਲ, ਇਹ ਨਹੀਂ ਹੈ। ਅਸਲੀ ਕਾਰਜਪਾਲਿਕਾ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ, ਬਹੁਮਤ ਹੋਣ ਤੱਕ ਆਪਣੇ ਅਹੁਦੇ 'ਤੇ ਰਹਿੰਦੇ ਨੇ। ਸੋ ਇਸ ਪ੍ਰਸ਼ਨ ਦਾ ਉੱਤਰ ਇਹ ਹੈ। ਜੇ ਇਸ ਪ੍ਰਸ਼ਨ ਦਾ ਉੱਤਰ ਦੇਣਾ ਹੋਏ ਤਾਂ ਉਹ ਡੀ ਹੈ, ਅਸਲੀ ਕਾਰਜਪਾਲਿਕਾ ਦਾ ਨਿਸ਼ਚਿਤ ਕਾਰਜਕਾਲ। ਇਹ ਜਿਹੜੀ ਹੈ ਸੰਸਦੀ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ। 14ਵਾਂ ਪ੍ਰਸ਼ਨ ਹੈ ਬੇਟਾ, ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਵਿੱਚ ਕਿਸ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ? ਵਿਧਾਨ ਪਾਲਿਕਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਜਿਹੜੀ ਕਾਰਜਪਾਲਿਕਾ ਹੁੰਦੀ ਹੈ ਉਹ ਵਿਧਾਨ ਪਾਲਿਕਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਵਿਧਾਨ ਪਾਲਿਕਾ ਉਸ ਨੂੰ ਪ੍ਰਸ਼ਨ ਪੁੱਛਦੀ ਹੈ ਅਤੇ ਕੰਟਰੋਲ ਰੱਖਦੀ ਹੈ। 15ਵਾਂ ਪ੍ਰਸ਼ਨ, ਭਾਰਤ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ? ਭਾਰਤ ਵਿੱਚ ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਪਰਿਸ਼ਦ ਹੈ। 16ਵਾਂ ਪ੍ਰਸ਼ਨ, ਭਾਰਤ ਵਿੱਚ ਵੀ ਕੁਝ ਲੋਕ ਚੰਗੇ ਮਤਦਾਤਾ ਨਹੀਂ ਬਣ ਰਹੇ ਕਿਉਂਕਿ ਗਰੀਬੀ ਕਾਰਨ, ਰਾਜਨੀਤਿਕ ਦਲਾਂ ਦੇ ਭ੍ਰਿਸ਼ਟਾਚਾਰ ਕਾਰਨ, ਬੇਰੁਜ਼ਗਾਰੀ ਕਾਰਨ। ਐਕਚੁਅਲੀ ਇਹ ਸਾਰੇ ਹੀ ਨੇ। ਸੋ ਇਸ ਪ੍ਰਸ਼ਨ ਦਾ ਉੱਤਰ ਜਿਹੜਾ ਉਪਰੋਕਤ ਸਾਰੇ, ਇਹ ਲਿਖਣਾ ਵਾ, ਉਪਰੋਕਤ ਸਾਰੇ। ਠੀਕ ਹੈ। ਅਗਲਾ ਹੈਗਾ, ਉਚਿਤ ਕਾਨੂੰਨੀ ਨਿਯਮਿਤ ਜਬਰੀ ਸ਼ਕਤੀ ਦੀ ਵਿਸ਼ੇਸ਼ਤਾ ਹੈ। ਉਚਿਤ ਕਾਨੂੰਨੀ ਨਿਯਮਿਤ ਜਬਰੀ ਸ਼ਕਤੀ ਦੀ ਵਿਸ਼ੇਸ਼ਤਾ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ। ਓਕੇ ਜੀ 18ਵਾਂ ਬੇਟਾ ਪ੍ਰਸ਼ਨ ਹੈ, ਰਾਜਨੀਤਿਕ ਪ੍ਰਣਾਲੀ ਇੱਕ ਨਿਰੰਤਰ ਪ੍ਰਕਿਰਿਆ, ਠੀਕ ਜਾਂ ਗਲਤ? ਬਿਲਕੁਲ ਠੀਕ ਹੈ। 19ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚ ਕਿਹੜਾ ਤੱਥ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਦਾ ਹੈ? ਜਾਤੀਵਾਦ, ਖੇਤਰਵਾਦ, ਸੰਪਰਦਾਇਕਤਾ, ਉਪਰੋਕਤ ਸਾਰੇ। ਐਕਚੁਅਲੀ ਇਹਦਾ ਆਨਸਰ ਉਪਰੋਕਤ ਸਾਰੇ ਹੀ ਹੈ, ਉਪਰੋਕਤ ਸਾਰੇ। 20ਵਾਂ ਪ੍ਰਸ਼ਨ, ਰਾਜਨੀਤਿਕ ਸੰਚਾਰ ਰਾਜਨੀਤਿਕ ਪ੍ਰਣਾਲੀ ਦਾ ਕਿਹੜਾ ਕਾਰਜ ਹੈ? ਬੇਟਾ ਇਹ ਨਿਵੇਸ਼ ਕਾਰਜ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਰਾਜਨੀਤਿਕ ਸੰਚਾਰ ਹੈ ਜਿਹੜਾ ਰਾਜਨੀਤਿਕ ਪ੍ਰਣਾਲੀ ਦਾ ਨਿਵੇਸ਼ ਕਾਰਜ ਹੈ। ਬੇਟਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ ਇਸ ਸਬਮਿਟ ਬਟਨ ਨੂੰ ਜ਼ਰੂਰ ਦਬਾਉਣਾ, ਇਸ ਬਟਨ ਨੂੰ ਜ਼ਰੂਰ ਦਬਾਉਣਾ। ਠੀਕ ਹੈ, ਇਹ ਦਬਾਓਗੇ ਤਾਂ ਹੀ ਤੁਹਾਡਾ ਆਨਸਰ ਜਿਹੜਾ ਉਹ ਸਬਮਿਟ ਹੋਏਗਾ। ਸੋ ਇਹਨੂੰ ਦਬਾਉਣ ਤੋਂ ਬਾਅਦ ਤੁਸੀਂ ਆਪਣਾ ਉੱਤਰ ਦੇ ਸਕਦੇ ਹੋ। ਠੀਕ ਹੈ ਬੇਟਾ, ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਹ ਪੇਪਰ ਵੀ ਹੱਲ ਕਰਾਇਆ ਅਤੇ ਨਾਲ ਤੁਹਾਨੂੰ ਪੇਪਰ ਕਰਨ ਦਾ ਢੰਗ ਵੀ ਦੱਸਿਆ ਵਾ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਕਨਸੈਪਟ ਗੁਰੂ AK ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਥੈਂਕ ਯੂ।